Hello students, my name is Steve from Global Milestone, and this video we will discuss what are some of the most common errors in IELTS writing. Okay, so let me first ask you this question. Does this ever happen with you that you write your best in the writing exam, but when you get the score you see 4, 4.5, and when you check your answer sheet you see that your teacher have marked multiple mistakes. Most of them are related to grammar, some of them are related to structure. So what's the problem behind this? How can we tackle this? That's what we're going to discuss in this video by discussing some of the most common mistakes that you are doing in your writing exam. Moving with the first one, adding too many ideas. Okay, so first think about this. If you go to the IDP website and check this one table right there which tells you कि तुसी की ऐड करना अपनी राइटिंग ਦੇ ਵਿੱਚ ਜਿਹਦੇ ਨਾਲ ਤੁਹਾਡੀ ਰਾਈਟਿੰਗ ਇੱਕ ਪਾਰਟਿਕੂਲਰ ਬੈਂਡ ਸਕੋਰ ਹਾਸਲ ਕਰਨ ਲਾਇਕ ਹੋ ਜਾਏਗੀ। ਉਹ ਤੁਸੀਂ ਦੇਖੋਗੇ ਇੱਕ ਪਾਰਟ ਮੈਂਸ਼ਨ ਹੁੰਦਾ ਟਾਸਕ ਰਿਸਪੌਂਸ, ਜਿਹਦਾ ਮਤਲਬ ਕੀ ਆ ਕੁਐਸਚਨ ਤੁਹਾਨੂੰ ਜੋ ਵੀ ਪੁੱਛ ਰਿਹਾ ਵਾ ਉਹਦਾ ਪ੍ਰੋਪਰ ਤਰੀਕੇ ਨਾਲ ਆਨਸਰ ਕਰਨਾ। ਦੈਟਸ ਵਾਟ ਵੀ ਕਾਲ ਅ ਟਾਸਕ ਰਿਸਪੌਂਸ। ਓਕੇ, ਉਹਦੇ ਵਿੱਚ ਆਪਾਂ ਕੀ ਕਰਦੇ ਹਾਂ, ਆਪਣੇ ਆਈਡੀਆਸ ਐਡ ਕਰਦੇ ਹਾਂ। ਆਈ ਐਮ ਸ਼ੋਰ ਯੂ ਆਲ ਆਰ ਵੈਲ ਅਵੇਅਰ ਅਬਾਊਟ ਦਿਸ, ਬਟ ਦ ਪ੍ਰੋਬਲਮ ਕੀ ਹੋ ਜਾਂਦੀ ਆ ਕਿ ਜਦੋਂ ਆਪਾਂ ਬਹੁਤ ਜ਼ਿਆਦਾ TOO2 ਇਜ਼ ਅ ਨੈਗੇਟਿਵ ਵਰਡ, ਇਟ ਮੀਨਸ ਤੁਸੀਂ ਬਹੁਤ ਜ਼ਿਆਦਾ ਪੁਆਇੰਟਸ ਐਡ ਕਰਦੇ ਹੋ ਜਿਹਦੇ ਨਾਲ ਤੁਹਾਡਾ ਜਿਹੜਾ ਐਸੇ ਆ ਉਹ ਬਹੁਤ ਹੀ ਇਨਇੰਪ੍ਰੈਸਿਵ ਲੱਗਦਾ ਵਾ। ਜਿਵੇਂ ਕਿ ਆਪਾਂ ਇੱਕ 2 BP ਮੋਸਟਲੀ ਲਿਖਦੇ ਹਾਂ, ਰਾਈਟ? BP1 BP2 up to max you should add just 2 ideas in each of the body paragraphs। ਜੇ ਤੁਸੀਂ ਕੀ ਕਰ ਰਹੇ ਹੋ 3 ਜਾਂ 4 ਆਈਡੀਆਸ ਲਿਖ ਰਹੇ ਹੋ ਉਹਨਾਂ ਤੁਹਾਡਾ ਐਸੇ ਬਹੁਤ ਹੀ ਜ਼ਿਆਦਾ ਖਰਾਬ ਲੱਗੂਗਾ, ਪਲੱਸ ਪ੍ਰੋਬਲਮ ਇਹ ਹੋ ਜੂਗੀ ਵੀ ਤੁਹਾਨੂੰ ਕਿਸੇ ਵੀ ਪੁਆਇੰਟ ਨੂੰ ਐਕਸਪਲੇਨ ਕਰਨ ਦਾ ਮੌਕਾ ਨਹੀਂ ਮਿਲ ਪਾਊਗਾ। ਦੈਟਸ ਅ ਵੈਰੀ ਕਾਮਨ ਪ੍ਰੋਬਲਮ। ਸੋ ਵਟ ਮਾਈ ਸੁਜੈਸ਼ਨ ਇਜ਼ ਕਿ ਆਲਵੇਜ਼ ਟਰਾਈ ਕਰੋ ਕਿਸੇ ਵੀ BP ਨੂੰ ਲਿਖਣਾ ਵਾ ਜਾਂ ਤਾਂ ਉਹਦੇ 'ਚ 2 ਪੁਆਇੰਟਸ ਐਡ ਕਰੋ ਜਾਂ ਫਿਰ ਸਿਰਫ ਸਿੰਗਲ ਪੁਆਇੰਟ। Now I'm sure most of you would have heard about the single point BP for the first time. See, ਜਦੋਂ ਤੁਸੀਂ ਕਿਸੇ BP ਵਿੱਚ 2 ਪੁਆਇੰਟਸ ਐਡ ਕਰਦੇ ਹੋ ਉਹਦਾ ਆਪਣਾ ਸਟਰਕਚਰ ਕੀ ਹੁੰਦਾ? ਪਹਿਲਾਂ ਤੁਸੀਂ ਪੁਆਇੰਟ ਨੂੰ ਇੰਟਰੋਡਿਊਸ ਕਰਦੇ ਹੋ, ਦੈਨ ਉਹਨੂੰ ਐਕਸਪਲੇਨ ਕਰਦੇ ਹੋ, ਐਂਡ ਲਾਸਟਲੀ ਉਹਦੇ ਵਿੱਚ ਐਗਜ਼ਾਮਪਲ ਦੇ ਕੇ ਉਹਦਾ ਰਿਜ਼ਲਟ ਦੇ ਦਿੰਦੇ ਹੋ। ਬਟ ਇਹਦੇ ਨਾਲ ਦੀ ਨਾਲ ਜੇ ਤੁਸੀਂ ਇੱਕ ਹੋਰ ਚੀਜ਼ ਟਰਾਈ ਕਰਕੇ ਦੇਖੋ, ਉਹ ਹੁੰਦੀ ਆ ਸਿੰਗਲ ਪੁਆਇੰਟ BPs। ਉਹਦੇ ਇੱਕ ਤੁਹਾਨੂੰ ਐਗਜ਼ਾਮਪਲ ਇੱਥੇ ਮਿਲ ਜੂਗੀ। ਸਿੰਗਲ ਪੁਆਇੰਟ BP ਵਿੱਚ ਕੀ ਹੁੰਦਾ ਵਾ, ਤੁਸੀਂ ਸਿਰਫ ਇੱਕ BP ਦੇ ਵਿੱਚ ਸਿੰਗਲ ਪੁਆਇੰਟ ਨੂੰ ਡਿਸਕ੍ਰਾਈਬ ਕਰਦੇ ਹੋ। ਇਹਦੀ ਐਡਵਾਂਟੇਜ ਕੀ ਆ, ਜਦੋਂ ਤੁਸੀਂ ਇਹਨੂੰ ਲਿਖਦੇ ਹੋ ਤਾਂ ਤੁਹਾਨੂੰ ਮੈਕਸਿਮਮ ਏਰੀਆ ਮਿਲਦਾ ਵਾ ਉਹ ਪੁਆਇੰਟ ਨੂੰ ਡਿਸਕ੍ਰਾਈਬ ਕਰਨ ਵਾਸਤੇ। ਉਹਦੇ ਵਿੱਚ ਤੁਹਾਨੂੰ ਇਹ ਫਾਇਦਾ ਹੋ ਜਾਂਦਾ ਵੀ ਤੁਹਾਨੂੰ ਬਹੁਤ ਜ਼ਿਆਦਾ ਏਰੀਆ ਮਿਲ ਜਾਂਦਾ। ਸਿੰਗਲ ਪੁਆਇੰਟ ਨੂੰ ਲਿਖੋ, ਉਹਨੂੰ ਇੰਟਰੋਡਿਊਸ ਕਰੋ, ਉਹਨੂੰ ਜਿੰਨਾ ਮਰਜ਼ੀ ਡਿਵੈਲਪ ਕਰੋ, ਕਿਉਂਕਿ ਉਹ ਚੀਜ਼ ਵੀ ਮੈਟਰ ਕਰਦੀ ਹੈ, ਰਾਈਟ? ਜਿਹੜਾ ਆਪਣਾ ਐਗਜ਼ਾਮੀਨਰ ਆ ਉਹਨੇ ਆਪਣੇ ਓਪੀਨੀਅਨਸ ਨਹੀਂ ਦੇਖਣੇ ਹੈਗੇ, ਉਹਨੇ ਇਹ ਨਹੀਂ ਦੇਖਣਾ ਵੀ ਪਰਸਨ ਦੇ ਓਪੀਨੀਅਨ ਕਿਹੋ ਜਿਹੇ ਆ। ਉਹਨੇ ਜਿਹੜੀ ਚੀਜ਼ ਚੈੱਕ ਕਰਨੀ ਉਹ ਇਹ ਆ ਕਿ ਚਾਹੇ ਓਪੀਨੀਅਨ ਜਿੱਦਾਂ ਦਾ ਮਰਜ਼ੀ ਆ ਉਹਨੂੰ ਇਹ ਪਰਸਨ ਇਲੈਬੋਰੇਟ ਕਰ ਸਕਦਾ ਜਾਂ ਨਹੀਂ, ਤੇ ਉਹੀ ਚੀਜ਼ 'ਤੇ ਆਪਾਂ ਕੰਮ ਕਰਨਾ। ਜਦੋਂ ਕੋਈ ਆਪਾਂ ਪੁਆਇੰਟ ਨੂੰ ਐਡ ਕਰਤਾ ਉਸ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਚੀਜ਼ ਕੀ ਆ, ਉਹਦੀ ਐਕਸਪਲੇਨੇਸ਼ਨ। ਤੇ ਇਸ ਕਰਕੇ ਆਪਾਂ ਇੱਕ ਸਿੰਗਲ ਪੁਆਇੰਟ BP ਵੀ ਲਿਖ ਸਕਦੇ ਹਾਂ ਜਿਹਦੇ 'ਚ ਬਹੁਤ ਵਧੀਆ ਤਰੀਕੇ ਨਾਲ ਆਪਾਂ ਬਹੁਤ ਈਜ਼ੀਲੀ ਆਪਣੀ ਸਾਰੀ ਆਈਡੀਆ ਨੂੰ ਕਨਵੇ ਕਰ ਸਕਦੇ ਹਾਂ। ਪਲੱਸ ਇਹੋ ਜਿਹੀ ਸਿਚੁਏਸ਼ਨ ਵਿੱਚ ਵੀ ਹੈਲਪਫੁਲ ਆ ਜਦੋਂ ਆਪਣੇ ਕੋਲ ਆਈਡੀਆਸ ਨਹੀਂ ਹੁੰਦੇ। ਆਈ ਐਮ ਸ਼ੋਰ ਤੁਸੀਂ ਇਹ ਪ੍ਰੋਬਲਮ ਤੁਸੀਂ ਬਹੁਤ ਵਾਰ ਫੇਸ ਕੀਤੀ ਹੋਣੀ ਆ ਜਦੋਂ ਤੁਹਾਨੂੰ ਆਈਡੀਆਸ ਬਹੁਤ ਘੱਟ ਆ ਰਿਹਾ, ਰਾਈਟ? ਸੋ ਉਹੋ ਜਿਹੇ ਕੇਸ ਵਿੱਚ ਤੁਸੀਂ ਕੀ ਕਰੋ, ਸਿੰਗਲ ਪੁਆਇੰਟ ਚੱਕੋ, ਉਹਨੂੰ ਪੂਰੇ ਡਿਟੇਲਸ ਡਿਸਕ੍ਰਾਈਬ ਕਰੋ ਤੇ ਬਹੁਤ ਈਜ਼ੀਲੀ ਤੁਹਾਡਾ ਕੰਮ ਖਤਮ ਹੋ ਜਾਊਗਾ। ਉਹ ਇੰਪ੍ਰੈਸਿਵ ਵੀ ਲੱਗਦਾ ਵਾ, ਪਲੱਸ ਤੁਹਾਡੇ ਵਾਸਤੇ ਈਜ਼ੀ ਹੋ ਜਾਂਦਾ। ਨਾਓ ਮੂਵਿੰਗ ਟੂ ਦ ਨੈਕਸਟ ਵਨ ਵਿਚ ਇਜ਼ ਰਿਲੇਟਡ ਟੂ ਦ ਸੈਂਟੈਂਸ ਆਫ ਇਫ ਐਂਡ ਵੈਨ ਟਾਈਪ। ਲੈਟਸ ਸੀ, ਹੁਣ ਇਹ ਥੋੜੀ ਜਿਹੀ ਗ੍ਰਾਮੈਟੀਕਲ ਬੇਸਡ ਪ੍ਰੋਬਲਮ ਆ। ਇਹ 'ਚ ਕੀ ਹੁੰਦਾ, ਹੁਣ ਆਪਾਂ ਇੱਕ ਵਾਰ ਨੂੰ ਇਹਦਾ ਬੇਸਿਕ ਟੈਂਪਲੇਟ ਦੇਖਦੇ ਹਾਂ। ਇਹ ਦੋਨੇ ਟਾਈਪ ਆਫ ਜਿਹੜੇ ਸੈਂਟੈਂਸ ਨੇ ਇਹ ਕੰਡੀਸ਼ਨਲ ਹੁੰਦੇ ਆ। ਦੱਸਦਾ ਕਿਵੇਂ, ਜਦੋਂ ਆਪਾਂ ਇਹਨਾਂ 'ਚ ਕੋਈ ਵੀ ਚੀਜ਼ ਲਿਖਦੇ ਹਾਂ, ਲੈਟਸ ਸੇ if he comes we will have lunch together। ਸੋ ਇਹ ਚੀਜ਼ ਇੱਕ ਨੋਟ ਕੀਤੀ ਹੋਣੀ ਆ ਵੀ ਜਿਹੜਾ ਸੈਂਟੈਂਸ ਦਾ ਸੈਕਿੰਡ ਪਾਰਟ ਆ ਉਹ ਡਿਪੈਂਡ ਕਰਦਾ ਫਰਸਟ ਪਾਰਟ 'ਤੇ। ਇਹਦਾ ਮਤਲਬ ਕੀ ਆ, ਜੇ ਉਹ ਆਊਗਾ ਤਾਂ ਅਸੀਂ ਇਕੱਠੇ ਲੰਚ ਕਰਾਂਗੇ, ਰਾਈਟ? ਇਹਦਾ ਜਿਹੜਾ ਸੈਕਿੰਡ ਪਾਰਟ ਆ ਉਹ ਸਿਰਫ ਉਦੋਂ ਹੀ ਪੋਸੀਬਲ ਹੋਊਗਾ ਜਦੋਂ ਫਰਸਟ ਪਾਰਟ ਸੈਟਿਸਫਾਈਡ ਹੋ ਗਿਆ, ਰਾਈਟ? ਜਦੋਂ ਆਇਆ ਓਨਲੀ ਦੈਨ ਅਸੀਂ ਲੰਚ ਇਕੱਠੇ ਕਰ ਸਕਦੇ ਹਾਂ। ਪ੍ਰੋਬਲਮ ਕੀ ਹੁੰਦੀ ਆ, ਸਟੂਡੈਂਟਸ ਇਹਦੇ ਵਿੱਚ ਇੱਕ ਵਰਡ ਲਗਾਉਂਦੇ ਆ ਦੈਨ, ਜੋ ਕਿ ਫਾਰਮਲ ਰਾਈਟਿੰਗ ਵਿੱਚ ਐਕਸੈਪਟੇਬਲ ਨਹੀਂ ਹੈਗਾ। ਆਪਾਂ ਇਹਨੂੰ ਡਿਵਾਈਡ ਹੀ ਕਰਨਾ ਕੌਮੇ ਦੇ ਨਾਲ। ਇਹ ਗੱਲ ਤੁਹਾਨੂੰ ਸਭ ਨੂੰ ਕਲੀਅਰ ਆ ਵੀ ਇਹ ਸੈਂਟੈਂਸ ਦੇ 2 ਪਾਰਟਸ ਹੁੰਦੇ ਆ, ਜਿਹਦੇ ਵਿੱਚੋਂ ਜਿਹੜਾ ਸੈਕਿੰਡ ਪਾਰਟ ਆ ਉਹ ਫਸਟ ਪਾਰਟ ਦੇ ਉੱਪਰ ਡਿਪੈਂਡ ਕਰਦਾ ਵੀ ਸੈਕਿੰਡ ਤਾਂ ਹੀ ਹੋਊਗਾ ਜੇ ਫਸਟ ਹੋ ਚੁੱਕਿਆ। ਤਾਂ ਇਹੋ ਜਿਹੇ ਕੇਸ ਜੇ ਆਪਾਂ ਇੱਥੇ ਦੈਨ ਲਗਾਉਂਦੇ ਹਾਂ ਤਾਂ ਉਹ ਗਲਤ ਹੋ ਜਾਂਦਾ। ਓਕੇ, ਸੋ ਦ ਸੈਕਿੰਡ ਵਨ ਇਜ਼ ਰਿਲੇਟਡ ਟੂ ਗ੍ਰਾਮੈਟੀਕਲ। ਸੀ ਆਪਾਂ 2 ਟਾਈਪ ਦੇ ਸੈਂਟੈਂਸਿਸ ਬਹੁਤ ਯੂਜ਼ ਕਰਦੇ ਹਾਂ, ਜਿਹੜੇ ਕਿ ਹੁੰਦੇ ਆ ਇਫ ਵਾਲੇ ਜਾਂ ਫਿਰ ਵੈਨ ਵਾਲੇ।
ਇਹ ਦੋਨੇ ਕਿਹੜੇ ਟਾਈਪ ਦੇ ਆ? ਇਹ ਕੰਡੀਸ਼ਨਲ ਸੈਂਟੈਂਸਿਸ ਨੇ ਜਿਹਦੇ ਵਿੱਚ ਸੈਕਿੰਡ ਚੀਜ਼ ਦਾ ਹੋਣਾ ਪਹਿਲੀ ਚੀਜ਼ ਤੇ ਡਿਪੈਂਡ ਕਰਦਾ। ਓਕੇ, ਲੈਟਸ ਸੀ। ਹੁਣ ਆਪਾਂ ਇਸ ਐਗਜ਼ਾਮਪਲ ਨੂੰ ਰੀਡ ਕਰਦੇ ਹਾਂ। ਇਹ ਟਿਪੀਕਲ ਟਾਸਕ 2 ਟਾਈਪ ਐਗਜ਼ਾਮਪਲ ਆ ਜਿਹੜੀ ਕਹਿ ਰਹੀ ਆ ਇਫ ਗਵਰਨਮੈਂਟ ਪੇਸ ਅਟੈਂਸ਼ਨ ਦੀ ਪ੍ਰੋਬਲਮ ਆਫ ਪੋਲਿਊਸ਼ਨ ਕੈਨ ਬੀ ਸੋਲਵਡ। ਜਿਹੜੀ ਗਵਰਨਮੈਂਟ ਆ ਜੇ ਉਹ ਅਟੈਂਸ਼ਨ ਪੇ ਕਰੂਗੀ, ਆਪਾਂ ਹਜੇ ਮੈਂਸ਼ਨ ਨਹੀਂ ਕੀਤਾ ਕਿੱਥੇ, ਨੈਕਸਟ ਪਾਰਟ ਮੈਂਸ਼ਨ ਕਰਾਂਗੇ ਦ ਪ੍ਰੋਬਲਮ ਆਫ ਪੋਲਿਊਸ਼ਨ ਕੈਨ ਬੀ ਸੋਲਵ। ਤਾਂ ਜਿਹੜੀ ਪੋਲਿਊਸ਼ਨ ਦੀ ਪ੍ਰੋਬਲਮ ਆ ਉਹਨੂੰ ਸੋਲਵ ਕੀਤਾ ਜਾ ਸਕਦਾ, ਰਾਈਟ। ਸੋ ਇਹ 'ਚ ਸਭ ਤੋਂ ਪਹਿਲਾਂ ਨੋਟ ਕਰਨ ਵਾਲੀ ਚੀਜ਼ ਕੀ ਆ ਵੀ ਇਹੋ ਜਿਹੇ ਸੈਂਟੈਂਸ ਨੂੰ ਆਪਾਂ ਦੋ ਪਾਰਟਸ ਡਿਵਾਈਡ ਕਰਦੇ ਹਾਂ। ਇੱਕ ਹੁੰਦਾ ਫਰਸਟ ਪਾਰਟ, ਇੱਕ ਸੈਕਿੰਡ ਪਾਰਟ, ਜਿਹਦੇ ਵਿੱਚੋਂ ਸੈਕਿੰਡ ਪਾਰਟ ਦਾ ਹੋਣਾ ਫਰਸਟ ਪਾਰਟ 'ਤੇ ਡਿਪੈਂਡ ਕਰਦਾ। ਮਤਲਬ ਜਿਹੜੀ ਸੈਕਿੰਡ ਚੀਜ਼ ਆ ਉਹ ਸਿਰਫ ਤਾਂ ਹੀ ਹੋਊਗੀ ਜੇ ਫਰਸਟ ਚੀਜ਼ ਹੋ ਰਹੀ ਆ, ਯਾਨੀ ਕਿ ਜੇ ਪ੍ਰੋਬਲਮ ਦੀ ਜਿਹੜੀ ਪੋਲਿਊਸ਼ਨ ਦੀ ਪ੍ਰੋਬਲਮ ਆ ਸਿਰਫ ਉਦੋਂ ਸੋਲਵ ਹੋਊਗੀ ਜਦੋਂ ਗਵਰਨਮੈਂਟ ਅਟੈਂਸ਼ਨ ਪੇ ਕਰੂਗੀ। ਇਹ 'ਚ ਨੋਟ ਕਰਨ ਵਾਲੀ ਚੀਜ਼ ਕੀ ਆ ਵੀ ਆਪਾਂ ਦੋਨੇ ਸੈਂਟੈਂਸਿਸ ਨੂੰ ਕੌਮੇ ਨਾਲ ਡਿਵਾਈਡ ਕਰਨਾ। ਮੈਜੋਰਿਟੀ ਆਫ ਸਟੂਡੈਂਟਸ ਕੀ ਕਰਦੇ ਆ, ਇੱਥੇ ਯੂਜ਼ ਕਰਦੇ ਆ ਦੈਨ, ਜਿਹੜਾ ਕਿ ਫਾਰਮਲ ਰਾਈਟਿੰਗ ਵਿੱਚ ਐਕਸੈਪਟੇਬਲ ਨਹੀਂ ਹੈਗਾ। ਸੋ ਸਭ ਤੋਂ ਜ਼ਿਆਦਾ ਐਕੂਰੇਟ ਫਾਰਮ ਇਸ ਸੈਂਟੈਂਸ ਦੀ ਕੀ ਆ, ਦੈਨ ਨੂੰ ਨਾ ਲਗਾ ਕੇ ਕੌਮੇ ਨਾਲ ਡਿਵਾਈਡ ਕਰਨਾ। ਇਹ ਕਿਉਂਕਿ ਦੇਖੋ ਇਫ ਵਾਲੇ ਸੈਂਟੈਂਸ ਆਪਾਂ ਯੂਜ਼ ਵੀ ਬਹੁਤ ਵਾਰ ਕਰਦੇ ਹਾਂ ਅਤੇ ਜਿੰਨੀ ਵਾਰ ਆਪਾਂ ਯੂਜ਼ ਕਰਾਂਗੇ ਉਨੀ ਵਾਰ ਆਪਾਂ ਦੈਨ ਲਗਾਵਾਂਗੇ ਅਤੇ ਉਨੀ ਆਪਣੀ ਪਰਫੋਰਮੈਂਸ ਖਰਾਬ ਹੋਊਗੀ। ਸੋ ਟਰਾਈ ਕਰੋ ਇੱਥੇ ਯਾਦ ਰੱਖਣ ਦੀ ਕੋਸ਼ਿਸ਼ ਕਰੋ ਇੱਥੇ ਆਪਾਂ ਕੌਮਾ ਲਗਾਉਣਾ। ਸੈਕਿੰਡ ਚੀਜ਼ ਇਹਦੇ ਸੈਂਟੈਂਸ ਕੀ ਹੁੰਦੀ ਆ, ਜਿਹੜਾ ਦਾ ਫਰੰਟ ਪਾਰਟ ਹੁੰਦਾ ਕੌਮੇ ਤੱਕ ਜਿਹੜਾ ਸ਼ੁਰੂ ਵਾਲਾ ਪਾਰਟ ਆ ਉਹਦੇ ਵਿੱਚ ਆਪਾਂ ਆਲਵੇਜ਼ ਆਨਸਰ ਆਪਣਾ ਪ੍ਰੈਜ਼ੈਂਟ ਵਿੱਚ ਲਿਖਣਾ ਵਾ। ਸਭ ਤੋਂ ਵੱਡੀ ਪ੍ਰੋਬਲਮ। ਹੁਣ ਆਪਾਂ ਇਸੇ ਚੀਜ਼ ਦੀ ਮਾੜੀ ਜਿਹੀ ਪੰਜਾਬੀ ਟ੍ਰਾਂਸਲੇਸ਼ਨ ਕਰਕੇ ਦੇਖਦੇ ਹਾਂ। ਜੇ ਗਵਰਨਮੈਂਟ ਅਟੈਂਸ਼ਨ ਪੇ ਕਰੇਗੀ, ਹੁਣ ਜੇ ਆਪਾਂ ਪੰਜਾਬੀ ਸੁਣੀ ਸੈਂਟੈਂਸ ਕਿੱਦਾਂ ਦਾ ਲੱਗ ਰਿਹਾ ਵੀ ਫਿਊਚਰ ਦਾ ਸੈਂਟੈਂਸ ਆ, ਜਦੋਂ ਉਹ ਜਾਂ ਫਿਰ ਕਹ ਲਓ ਜੇ ਗਵਰਨਮੈਂਟ ਅਟੈਂਸ਼ਨ ਪੇ ਕਰੇਗੀ, ਪੰਜਾਬੀ 'ਚ ਆਪਾਂ ਨੂੰ ਫਿਊਚਰ ਲੱਗ ਰਿਹਾ। ਪਰ ਇੰਗਲਿਸ਼ ਦੇ ਵਿੱਚ ਆਲਵੇਜ਼ ਆਪਾਂ ਫਰੰਟ ਪਾਰਟ ਪ੍ਰੈਜ਼ੈਂਟ ਵਿੱਚ ਹੀ ਲਿਖਣਾ ਵਾ। ਡਜ਼ਨਟ ਮੈਟਰ ਪੰਜਾਬੀ 'ਚ ਆਪਾਂ ਚਾਹੇ ਪ੍ਰੈਜ਼ੈਂਟ ਦੀ ਗੱਲ ਕਰ ਰਹੇ ਹਾਂ, ਚਾਹੇ ਪਾਸਟ ਦੀ ਕਰ ਰਹੇ ਹਾਂ, ਚਾਹੇ ਫਿਊਚਰ ਦੀ, ਇੰਗਲਿਸ਼ ਆਲਵੇਜ਼ ਆਪਾਂ ਪ੍ਰੈਜ਼ੈਂਟ ਹੀ ਲਿਖਾਂਗੇ। ਇਸ ਕਰਕੇ ਆਪਾਂ ਕਦੇ ਨਹੀਂ ਲਿਖਾਂਗੇ ਇਫ ਗਵਰਨਮੈਂਟ ਵਿਲ ਪੇ ਅਟੈਂਸ਼ਨ, ਉਹ ਗ੍ਰਾਮੈਟਿਕਲੀ ਇਨਕਰੈਕਟ ਹੋਊਗਾ। ਆਲਵੇਜ਼ ਇਹ ਚੀਜ਼ ਦਾ ਧਿਆਨ ਰੱਖਣਾ ਵੀ ਜਦੋਂ ਵੀ ਇਹੋ ਜਿਹਾ ਸੈਂਟੈਂਸ ਲਿਖਣਾ, ਕੰਡੀਸ਼ਨਲ ਸੈਂਟੈਂਸ ਲਿਖਣਾ, ਚਾਹੇ ਇਫ ਨਾਲ ਸਟਾਰਟ ਹੋ ਰਿਹਾ ਚਾਹੇ ਵੈਨ ਨਾਲ ਸਟਾਰਟ ਹੋ ਰਿਹਾ, ਉਹਦੇ ਵਿੱਚ ਜਿਹੜਾ ਆਪਣਾ ਫਰੰਟ ਵਾਲਾ ਪਾਰਟ ਆ ਉਹ ਆਲਵੇਜ਼ ਪ੍ਰੈਜ਼ੈਂਟ ਵਿੱਚ ਹੀ ਹੋਊਗਾ। ਸੈਕਿੰਡ ਚੀਜ਼ ਡਿਵਾਈਡ ਕਰ ਦੇਣਾ ਹੋਊਗਾ ਸਾਰਾ ਸੈਂਟੈਂਸ ਕੌਮੇਸ ਦੇ ਨਾਲ। ਦੈਟਸ ਇਟ ਅਬਾਊਟ ਇਟ। ਨਾਓ ਨੈਕਸਟ ਵਨ ਇਜ਼ ਓਵਰ ਯੂਜ਼ ਆਫ ਕੋਹੈਸਿਵ ਡਿਵਾਈਸਿਸ। ਓਕੇ, ਨਾਓ ਥਿੰਕ ਅਬਾਊਟ ਦਿਸ ਵਰਡ ਕੋਹੈਸਿਵ ਡਿਵਾਈਸਿਸ। ਵਾਟ ਡਜ਼ ਇਟ ਮੀਨ? ਕੋਹੈਸ਼ਨ ਦਾ ਮਤਲਬ ਹੁੰਦਾ ਦੋ ਚੀਜ਼ਾਂ ਨੂੰ ਕਨੈਕਟ ਕਰਨਾ ਹੈ, ਫਿਰ ਕਹ ਲਓ ਜੁਆਇਨ ਕਰਨਾ, ਰਾਈਟ। ਇਹ ਚੀਜ਼ ਵੀ ਤੁਹਾਨੂੰ ਮਿਲੂਗੀ ITB ਦੀ ਵੈਬਸਾਈਟ 'ਤੇ, ਜਿੱਥੇ ਨੇ ਮੈਂਸ਼ਨ ਕੀਤਾ ਵਾ ਵੀ ਇੱਕ ਵਧੀਆ ਜਿਹੜਾ 6 ਬੈਂਡ ਜਾਂ ਫਿਰ 6+ ਬੈਂਡ ਵਾਲਾ ਐਸੇ ਹੋਊਗਾ ਉਹ ਆਪਣੇ ਐਸੇ ਵਿੱਚ ਕੋਹੈਸਿਵ ਡਿਵਾਈਸਿਸ ਨੂੰ ਯੂਜ਼ ਕਰੂਗਾ। ਇਹਦਾ ਮਤਲਬ ਜਿਵੇਂ ਤੁਹਾਨੂੰ ਈਜ਼ੀ ਸ਼ਬਦਾਂ 'ਚ ਦੱਸਾਂ, ਆਪਾਂ ਜਿਹਨਾਂ ਨੂੰ ਕਹਿੰਦੇ ਹਾਂ ਕਨੈਕਟਰਸ, ਇਹ ਉਹਦੀ ਗੱਲ ਹੀ ਕਰ ਰਹੇ ਆ। ਕੋਹੈਸਿਵ ਡਿਵਾਈਸਿਸ ਮਤਲਬ ਇਹੋ ਜਿਹੇ ਵਰਡਸ ਜਿਹੜੇ ਕਿ ਐਸੇ ਦੇ ਇੱਕ ਪਾਰਟ ਨੂੰ ਦੂਸਰੇ ਪਾਰਟ ਨਾਲ ਕਨੈਕਟ ਕਰਦੇ ਆ। ਬਟ ਸਟੂਡੈਂਟਸ ਦੀ ਥਿੰਕਿੰਗ ਕੀ ਹੁੰਦੀ ਆ ਵੀ ਦ ਮੋਰ ਕਨੈਕਟਰਸ ਦੇ ਯੂਜ਼ ਦ ਬੈਟਰ ਦੇਅਰ ਐਸੇ ਵਿਲ ਬੀ। ਉਹਨਾਂ ਦਾ ਲੱਗਦਾ ਵੀ ਜਿੰਨੇ ਜ਼ਿਆਦਾ ਕਨੈਕਟਰ ਯੂਜ਼ ਕਰਨਗੇ, ਸਾਰੇ ਐਸੇ ਨੂੰ ਬਾਰ-ਬਾਰ ਕਨੈਕਟਰਸ ਨਾਲ ਭਰ ਦੇਣਗੇ ਤਾਂ ਉਨਾ ਹੀ ਉਹਨਾਂ ਦੀ ਪਰਫੋਰਮੈਂਸ ਵਧੀਆ ਲੱਗੂਗੀ, ਜਿਹੜੀ ਕਿ ਇੱਕ ਬਹੁਤ ਵੱਡੀ ਮਿਥ ਆ। ਸਟੂਡੈਂਟਸ ਨੂੰ ਕੀ ਕਰਨਾ ਚਾਹੀਦਾ, ਕਨੈਕਟਰ ਸਿਰਫ ਉੱਥੇ ਯੂਜ਼ ਕਰਨੇ ਚਾਹੀਦੇ ਆ ਜਿੱਥੇ ਐਕਚੁਅਲ ਉਹਨਾਂ ਦੀ ਲੋੜ ਹੈਗੀ ਆ, ਯਾਨੀ ਕਿ ਜਿੱਥੇ ਐਕਚੁਅਲ ਕੋਈ ਟ੍ਰਾਂਜੈਕਸ਼ਨ ਆ ਰਹੀ ਆ। ਫੋਰ ਐਗਜ਼ਾਮਪਲ ਆਪਾਂ ਜਦੋਂ ਕੋਈ BP ਸਟਾਰਟ ਕਰਦੇ ਹਾਂ, ਰਾਈਟ, ਜੈਸੇ ਆਪਾਂ BP1 ਸਟਾਰਟ ਕਰ ਰਹੇ ਹਾਂ, ਉਹਦੀ ਸਟਾਰਟਿੰਗ 'ਚ ਆਪਾਂ ਕੀ ਆ ਪੁਆਇੰਟ ਨੂੰ ਇੰਟਰੋਡਿਊਸ ਕੀਤਾ, ਦੈਨ ਉਹਨੂੰ ਆਪਾਂ ਐਕਸਪਲੇਨ ਕੀਤਾ, ਦੈਨ ਉਹਦੀ ਐਗਜ਼ਾਮਪਲ ਦਿੱਤੀ, ਐਂਡ ਲਾਸਟਲੀ ਆਪਾਂ ਇੱਕ ਰਿਜ਼ਲਟ ਕ੍ਰੀਏਟ ਕਰਤਾ। ਸਟੂਡੈਂਟਸ ਕੀ ਕਰਦੇ ਆ, ਇੱਕ ਜਿਹੜੀ ਚੀਜ਼ ਆਪਾਂ ਨੂੰ ਕਰਨੀ ਚਾਹੀਦੀ ਹੈ ਉਹ ਤਾਂ ਇਹੀ ਆ ਜਦੋਂ ਆਪਾਂ ਇੱਕ ਪਾਰਟ ਤੋਂ ਦੂਸਰੇ ਪਾਰਟ 'ਤੇ ਜਾਣਾ, ਯਾਨੀ ਕਿ ਐਕਚੁਅਲ ਟ੍ਰਾਂਜੀਸ਼ਨ ਹੋ ਰਹੀ ਆ, ਤੁਸੀਂ ਇੰਟਰੋਡਿਊਸ ਕਰ ਚੁੱਕੇ ਹੋ, ਹੁਣ ਤੁਸੀਂ ਉਹਨੂੰ ਡਿਟੇਲ 'ਚ ਐਕਸਪਲੇਨ ਕਰਨਾ, ਉੱਥੇ ਕਨੈਕਟਰ ਲਾਉਣਾ ਕਰੈਕਟ ਆ। ਦੈਨ ਐਕਸਪਲੇਨੇਸ਼ਨ ਤੋਂ ਐਗਜ਼ਾਮਪਲ ਤੱਕ ਇੱਕ ਅਗੇਨ ਇੱਕ ਟ੍ਰਾਂਜੀਸ਼ਨ ਆ ਗਿਆ, ਹੁਣ ਤੁਸੀਂ ਉਹਨੂੰ ਡਿਟੇਲ 'ਚ ਦੱਸ ਚੁੱਕੇ ਹੋ, ਹੁਣ ਉਹਨੂੰ ਇਲਿਸਟ੍ਰੇਟ ਕਰਕੇ ਦੱਸਣਾ ਵੀ ਇਹ ਚੀਜ਼ ਨੂੰ ਕਿਵੇਂ, ਇਹ ਐਕਚੁਅਲ ਸੱਚ ਕਿਵੇਂ, ਵੀ ਉਹਦਾ ਪ੍ਰੂਫ ਕੀ ਆ, ਉਹਦਾ ਪ੍ਰੂਫ ਦੇਣਾ ਤੁਸੀਂ ਐਗਜ਼ਾਮਪਲ ਦੇ ਵਿੱਚ, ਐਂਡ ਲਾਸਟਲੀ ਉਹਦਾ ਰਿਜ਼ਲਟ ਕੱਢਣਾ, ਰਾਈਟ। ਇੱਥੇ ਵੀ ਕਨੈਕਟਰ ਯੂਜ਼ ਕਰਨਾ ਸਹੀ ਆ, ਪਰ ਜਿਸ ਐਕਸਪਲੇਨੇਸ਼ਨ ਦੇ ਵਿੱਚ ਬਾਰ-ਬਾਰ ਹਰ ਇੱਕ ਸੈਂਟੈਂਸ ਤੋਂ ਬਾਅਦ ਕਨੈਕਟਰ ਯੂਜ਼ ਕਰਨਾ, ਕਿਉਂਕਿ ਬਹੁਤ ਸਟੂਡੈਂਟ ਇਹ ਚੀਜ਼ ਕਰਦੇ ਆ, ਉਹ ਹਰ ਇੱਕ ਸੈਂਟੈਂਸ ਵਿੱਚ ਕੀ ਆ ਕੋਈ ਨਾ ਕੋਈ ਕਨੈਕਟਰ ਐਡ ਕਰ ਦਿੰਦੇ ਆ, ਉਹ ਪ੍ਰੋਬਲਮ ਬਹੁਤ ਵੱਡੀ ਆ। ਸਟੂਡੈਂਟਸ ਨੂੰ ਇਹੀ ਥਿੰਕਿੰਗ ਹੁੰਦੀ ਹੈ ਵੀ ਜਿੰਨੇ ਜ਼ਿਆਦਾ ਕਨੈਕਟਰ ਉਨਾ ਵਧੀਆ ਲੱਗੂਗਾ, ਪਰ ਐਕਚੁਅਲ 'ਚ ਉਹਨੂੰ ਕਰਨਾ ਕੀ ਚਾਹੀਦਾ, ਕਨੈਕਟਰਸ ਨੂੰ ਲਿਮਿਟ ਕਰਨਾ ਚਾਹੀਦਾ, ਪਲੱਸ ਜਿਹੜੇ ਕਨੈਕਟਰਸ ਨੇ ਉਹਨਾਂ ਦੀ ਸਹੀ ਫਾਰਮ ਯੂਜ਼ ਕਰਨੀ ਚਾਹੀਦੀ ਆ।
ਬਹੁਤ ਕਨੈਕਟਰ ਹੁੰਦੇ ਆ ਉਸ ਪਾਰਟਿਕੂਲਰ ਲੋਕੇਸ਼ਨ ਤੇ ਨਹੀਂ ਲੱਗ ਸਕਦੇ ਹੁੰਦੇ। ਇਸ ਕਰਕੇ ਸਟੂਡੈਂਟ ਨੂੰ ਸਿਰਫ ਉਹੀ ਕਨੈਕਟਰ ਯੂਜ਼ ਕਰਨੇ ਚਾਹੀਦੇ ਆ ਜਿਹੜੇ ਕਿ ਉਹ ਜਗ੍ਹਾ ਤੇ ਲੱਗ ਸਕਣ, ਐਕੂਰੇਟ ਹੋਣ, ਪਲੱਸ ਉਹਨਾਂ ਦੀ ਗਿਣਤੀ ਥੋੜੀ ਘਟਾਉਣੀ ਚਾਹੀਦੀ ਆ ਤਾਂ ਕਿ ਇਦਾਂ ਨਾ ਲੱਗੇ ਵੀ ਐਗਜ਼ਾਮੀਨਰ ਨੂੰ ਇਦਾਂ ਨਾ ਲੱਗੇ ਵੀ ਜਿਹੜਾ ਸਟੂਡੈਂਟ ਆ ਮੈਨੂੰ ਇੰਪ੍ਰੈਸ ਕਰਨਾ ਚਾਹ ਰਿਹਾ ਸਿਰਫ ਆਪਣੇ ਕਨੈਕਟਰ ਦਿਖਾ ਕੇ। ਹੁਣ ਜੇ ਸੋਚਿਆ ਜਾਵੇ ਤਾਂ ਉਹ ਸੇਮ ਕਨੈਕਟਰ ਹਰ ਇੱਕ ਸਟੂਡੈਂਟ ਨੂੰ ਆਉਂਦੇ ਆ, ਰਾਈਟ। ਹਰ ਇੱਕ ਸਟੂਡੈਂਟ ਨੂੰ ਪਤਾ ਵੀ ਆਹ ਕਨੈਕਟਰ ਲਗਾਉਣ ਵਾਲੇ ਆ, ਤਾਂ ਐਗਜ਼ਾਮੀਨਰ ਕੁਛ ਨਿਊ ਕੀ ਚਾਹੀਦਾ, ਉਹਨੂੰ ਆਪਣੀ ਜਿਹੜਾ ਐਸੇ ਉਹ 'ਚ ਇੱਕ ਮੈਚੋਰਿਟੀ ਚਾਹੀਦੀ ਆ ਵੀ ਐਸੇ ਮੈਚੋਰ ਤਰੀਕੇ ਨਾਲ ਲਿਖਿਆ ਹੋਇਆ ਵਾ। ਸਟੂਡੈਂਟ ਮੈਨੂੰ ਇਦਾਂ ਨਹੀਂ ਦਿਖਾਉਣਾ ਚਾਹ ਰਿਹਾ ਮੈਂ ਕਨੈਕਟਰ ਨਾਲ ਤੁਹਾਨੂੰ ਇੰਪ੍ਰੈਸ ਕਰ ਰਿਹਾ, ਸਟੂਡੈਂਟ ਆਪਣੀ ਐਕਸਪਲੇਨੇਸ਼ਨ ਨਾਲ ਇੰਪ੍ਰੈਸ ਕਰ ਰਿਹਾ, ਰਾਈਟ। ਸੋ ਆਲਵੇਜ਼ ਇਹ ਚੀਜ਼ ਨੂੰ ਅਵੋਇਡ ਕਰੋ ਵੀ ਜ਼ਿਆਦਾ ਤੋਂ ਜ਼ਿਆਦਾ ਕੋਈ ਐਸੀ ਡਿਵਾਈਸਿਸ ਨਾ ਲਿਖੋ, ਲਿਮਿਟ ਦੈਮ, ਉਨਾ ਹੀ ਤੁਹਾਡਾ ਐਸੇ ਵਧੀਆ ਲੱਗੂਗਾ। ਐਂਡ ਲਾਸਟਲੀ ਵੀ ਹੈਵ ਯੂਜ਼ਿੰਗ ਕੰਟਰੈਕਸ਼ਨਸ। ਹੁਣ ਕੰਟਰੈਕਸ਼ਨਸ ਕੀ ਨੇ? ਆਮ ਸ਼ੋਰ ਜਦੋਂ ਤੁਸੀਂ ਸ਼ੁਰੂਆਤ ਕੀਤੀ ਹੋਣੀ ਆ ਆਪਣੀ ਰਾਈਟਿੰਗ ਪ੍ਰੈਕਟਿਸ ਦੀ ਤਾਂ ਤੁਸੀਂ ਇਹੋ ਜਿਹੇ ਵਰਡਸ ਬਹੁਤ ਯੂਜ਼ ਕੀਤੇ ਹੋਣੇ ਆ, ਇਟਸ, ਰਾਈਟ, ਦੈਨ ਹੀਜ਼, ਜਿਹੜੇ ਕਿ ਆਪਣੇ ਦੋ ਵਰਡਸ ਨੂੰ ਆਪਾਂ ਮਿਲਾ ਕੇ ਸਿੰਗਲ ਵਰਡ ਬਣਾ ਦਿੰਦੇ ਹਾਂ ਅਤੇ ਕਨੈਕਟ ਕਰਦੇ ਹਾਂ ਕੌਮੇ ਦੇ ਨਾਲ, ਉਹਨਾਂ ਨੂੰ ਆਪਾਂ ਕਹਿ ਦਿੰਦੇ ਹਾਂ ਕੰਟਰੈਕਸ਼ਨਸ, ਜਿਹੜੇ ਕਿ ਇਨਕਰੈਕਟ ਨੇ। ਆਪਾਂ ਨੂੰ ਕੀ ਕਰਨਾ ਚਾਹੀਦਾ, ਜਦੋਂ ਤੁਹਾਡੇ ਦਿਮਾਗ 'ਚ ਆਵੇ ਤੁਸੀਂ ਇਟਸ ਲਿਖਣਾ ਵਾ ਤਾਂ ਆਲਵੇਜ਼ ਯਾਦ ਕਰੋ ਇਹਨੂੰ ਆਪਾਂ ਬਿਨਾਂ ਕੌਮੇ ਤੋਂ ਅਲੱਗ-ਅਲੱਗ ਵਰਡਸ ਵਿੱਚ ਹੀ ਲਿਖਣਾ ਵਾ। ਆਹ ਕਰੈਕਟ ਆ ਅਤੇ ਆਹ ਇਨਕਰੈਕਟ ਆ। ਇਹ ਬਹੁਤ ਵੱਡੀ ਮਿਸਟੇਕ ਸਟੂਡੈਂਟਸ ਕਰਦੇ ਆ, ਦੋ ਵਰਡਸ ਨੂੰ ਉਹ ਕੰਬਾਈਨ ਕਰਕੇ ਲਿਖਦੇ ਆ। ਹੁਣ ਦੇਖਿਆ ਜਾਵੇ ਜੇ ਆਪਾਂ ਸਪੀਕਿੰਗ ਕਰਨੀ ਹੈ, ਲੈਟਸ ਸੇ ਸਪੀਕਿੰਗ ਦੇ ਟਾਈਮ ਇਹਨੂੰ ਜਿੰਨਾ ਮਰਜ਼ੀ ਯੂਜ਼ ਕਰੋ, ਇਟਸ ਨੋਟ ਅ ਪ੍ਰੋਬਲਮ। ਉਹ ਸਗੋਂ ਤੁਹਾਡੀ ਫਲੂਐਂਸੀ ਦਿਖਾਉਂਦਾ ਵੀ ਤੁਸੀਂ ਕਿੱਦਾਂ ਫਾਸਟਲੀ ਉਹ ਚੀਜ਼ ਨੂੰ ਕਨਵੇ ਕਰ ਸਕਦੇ ਹੋ। ਪਰ ਰਾਈਟਿੰਗ ਦੇ ਟਾਈਮ, ਫਾਰਮਲ ਰਾਈਟਿੰਗ ਵਿੱਚ ਆਪਾਂ ਇਹ ਚੀਜ਼ ਨੂੰ ਯੂਜ਼ ਨਹੀਂ ਕਰ ਸਕਦੇ। ਆਲਵੇਜ਼ ਟਰਾਈ ਕਰੋ ਇਟ ਇਜ਼ ਲਿਖੋ, ਦਿਸ ਇਜ਼, ਅਲੱਗ-ਅਲੱਗ, ਜਾਣੀ ਕਿ ਆਪਣੇ ਸਬਜੈਕਟ ਨੂੰ ਆਪਣੀ ਹੈਲਪਿੰਗ ਵਰਬ ਦੇ ਨਾਲ ਕੰਬਾਈਨ ਨਾ ਕਰੋ। ਜਦੋਂ ਤੁਸੀਂ ਇੱਦਾਂ ਕਰਦੇ ਹੋ ਤਾਂ ਬਹੁਤ ਪ੍ਰੋਬਲਮ ਹੋ ਜਾਂਦੀ ਆ। ਇਸ ਕਰਕੇ ਇਹ ਸੀਗੀਆਂ ਆਪਣੀਆਂ ਮੇਨ 4 ਮਿਸਟੇਕ ਜਿਹੜੀ ਕਿ ਸਟੂਡੈਂਟਸ ਬਹੁਤ ਜ਼ਿਆਦਾ ਕਰਦੇ ਆ ਰਾਈਟਿੰਗ ਦੇ ਵਿੱਚ, ਜਿਹਦੇ ਨਾਲ ਕੀ ਹੁੰਦਾ, ਬੈਂਡ ਸਕੋਰ ਘਟਦਾ ਬਹੁਤ ਨੀਚੇ ਆ ਜਾਂਦਾ। ਸੋ ਜੇ ਤੁਸੀਂ ਸਿਰਫ ਇਹਨਾਂ ਚੀਜ਼ਾਂ 'ਤੇ ਹੀ ਕੰਮ ਕਰੋਗੇ, ਲੈਟਸ ਸੇ ਔਨ ਅ ਬਿਗਿਨਿੰਗ ਲੈਵਲ, ਹੈ ਨਾ, ਤੁਸੀਂ ਬਿਲਕੁਲ ਸਿਰਫ ਇਹਨਾਂ ਚੀਜ਼ਾਂ 'ਤੇ ਹੀ ਕੰਮ ਕਰੋਗੇ, ਤੁਹਾਡਾ ਸਕੋਰ ਡੈਫੀਨੇਟਲੀ ਬੂਸਟ ਹੋਊਗਾ। ਐਂਡ ਦੈਨ ਆਪਾਂ ਸੇਮ ਵੀਡੀਓ ਦਾ ਪਾਰਟ 2 ਵੀ ਲੈ ਕੇ ਆਵਾਂਗੇ ਜਿਹਦੇ 'ਚ ਬਾਕੀ ਦੀ ਮਿਸਟੇਕਸ ਕਵਰ ਕਰਾਂਗੇ ਅਤੇ ਜਿਹਦੇ ਨਾਲ ਤੁਹਾਡੀ ਜਿਹੜੀ ਬਹੁਤ ਜ਼ਿਆਦਾ ਹੈਲਪ ਹੋਊਗੀ ਅਤੇ ਤੁਹਾਡੇ ਸਕੋਰਸ ਬਹੁਤ ਜ਼ਿਆਦਾ ਬੂਸਟ ਹੋ ਜਾਣਗੇ। ਥੈਂਕ ਯੂ ਫॉर ਵਾਚਿੰਗ ਦਿਸ ਵੀਡੀਓ।